ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। 900 ਮਿਲੀਅਨ ਲੋਕ ਕਿਉਂ ਆਉਣਗੇ ਅਮਰੀਕਾ ਜਾਂ ਫਿਰ ਕੈਨੇਡਾ? ਇਮੀਗ੍ਰੈਂਟਸ ਦੀ ਪਸੰਦ ਬਣਿਆ ਕੈਨੇਡਾ। ਬ੍ਰਿਟਿਸ਼ ਕੋਲੰਬੀਆ ਵਿੱਚ ਮੁੜ ਠੰਡ ਦੀ ਦਸਤਕ, ਤਾਪਮਾਨ ਜਾਵੇਗਾ ਹੇਠਾਂ। ਨਵੇਂ ਕਿਰਾਏਦਾਰਾਂ ਵਾਸਤੇ ਕਿਰਾਏ ਵਿੱਚ ਵਾਧਾ, 18% ਵਾਧੇ ਦੀ ਆਈ ਜਾਣਕਾਰੀ। ਸਰੀ ਪੁਲਿਸ ਬਾਰੇ ਕਦੋਂ ਆਵੇਗਾ ਫੈਸਲਾ? ਬ੍ਰਿਟਿਸ਼ ਕੋਲੰਬੀਆ ਸੋਲਿਸਿਟਰ ਜਨਰਲ ਵੱਲੋਂ ਮੰਗੀ ਗਈ ਜਾਣਕਾਰੀ। ਸਰੀ ਤੋਂ ਪੁਲਿਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਸੋਲਿਸਿਟਰ ਜਨਰਲ ਵੱਲੋਂ ਹੋਰ ਵੀ ਜਾਣਕਾਰੀ ਮੰਗੀ ਗਈ ਹੈ। ਹੁਣ ਸਰੀ ਦੇ ਵਿੱਚ ਸਰੀ ਪੁਲਿਸ ਨੂੰ ਤਾਇਨਾਤ ਕੀਤਾ ਜਾਵੇਗਾ ਜਾਂ ਫਿਰ RCMP ਵੱਲੋਂ ਜ਼ਿੰਮੇਵਾਰੀਆਂ ਨਿਭਾਈਆਂ ਜਾਣਗੀਆਂ, ਇਸ ਬਾਰੇ ਅਜੇ ਫੈਸਲਾ ਆਉਣਾ ਬਾਕੀ ਹੈ। ਸੋਲਿਸਿਟਰ ਜਨਰਲ ਵੱਲੋਂ ਇਸ ਸੰਬੰਧੀ ਵਧੇਰੇ ਜਾਣਕਾਰੀ ਮੰਗੀ ਗਈ ਹੈ, ਜਿਸ ਤੋਂ ਬਾਅਦ ਉਹਨਾਂ ਵੱਲੋਂ ਆਪਣਾ ਫੈਸਲਾ ਲਿਆ ਜਾਵੇਗਾ। ਸਰੀ ਪੁਲਿਸ ਦੇ ਉੱਪਰ ਫੈਸਲਾ ਕਦੋਂ ਆਵੇਗਾ, ਇਸ ਬਾਰੇ ਤਾਜ਼ਾ ਅਪਡੇਟ ਸਾਹਮਣੇ ਆਈ। ਬ੍ਰਿਟਿਸ਼ ਕੋਲੰਬੀਆ ਸੋਲਿਸਿਟਰ ਜਨਰਲ ਵੱਲੋਂ ਦੱਸਿਆ ਗਿਆ ਕਿ ਸਰੀ ਪੁਲਿਸ ਤੇ ਕੋਈ ਫੈਸਲਾ ਲੈਣ ਵਾਸਤੇ ਉਹਨਾਂ ਨੂੰ ਹੋਰ ਜਾਣਕਾਰੀ ਦੀ ਜ਼ਰੂਰਤ ਹੈ। ਜੀ ਹਾਂ, ਬ੍ਰਿਟਿਸ਼ ਕੋਲੰਬੀਆ ਦੇ ਸੋਲਿਸਿਟਰ ਜਨਰਲ ਮਾਈਕ ਨੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਵਿੱਚ ਸਰੀ ਪੁਲਿਸ ਹੋਵੇ ਜਾਂ ਫਿਰ RCMP ਹੋਵੇ, ਇਸ ਬਾਰੇ ਸੰਬੰਧਿਤ ਧਿਰਾਂ ਤੋਂ ਹੋਰ ਜਾਣਕਾਰੀ ਮੰਗੀ ਹੈ। ਮੇਅਰ ਡਗ ਦੀ ਅਗਵਾਈ ਵਿੱਚ ਸਰੀ ਦੀ ਸਾਬਕਾ ਸਿਟੀ ਕੌਂਸਲ ਨੇ ਸਰੀ ਵਿੱਚ RCMP ਨੂੰ ਹਟਾ ਕੇ ਸਰੀ ਦੀ ਨਵੀਂ ਪੁਲਿਸ ਫੋਰਸ ਤਿਆਰ ਕਰਨ ਦਾ ਫੈਸਲਾ ਲਿਆ ਸੀ, ਪਰ ਸਰੀ ਦੀ ਨਵੀਂ ਮੇਅਰ ਬ੍ਰੈਂਡਾ ਨੇ ਲੋਕਾਂ ਦੀ ਮੌਜੂਦਾ ਕੌਂਸਲ ਨੇ ਇਸ ਤਬਦੀਲੀ ਨੂੰ ਰੋਕ ਦਿੱਤਾ ਅਤੇ ਸਰੀ ਵਿੱਚ RCMP ਨੂੰ ਬਰਕਰਾਰ ਰੱਖਣ ਵਾਸਤੇ ਆਪਣਾ ਪਲਾਨ ਸੂਬਾ ਸਰਕਾਰ ਨੂੰ ਭੇਜਿਆ ਸੀ। ਹੁਣ ਅੰਤਿਮ ਫੈਸਲਾ ਮਾਈਕ ਦੇ ਹੱਥ ਵਿੱਚ ਹੋਵੇਗਾ। ਇਸ ਬਾਰੇ ਉਹਨਾਂ ਨੇ ਕਿਹਾ ਕਿ ਮਿਨਿਸਟਰੀ ਨੇ ਸਿਟੀ ਆਫ ਸਰੀ, RCMP ਅਤੇ ਸਰੀ ਪੁਲਿਸ ਸਰਵਿਸ ਵੱਲੋਂ ਜਮ੍ਹਾਂ ਕੀਤੀਆਂ ਰਿਪੋਰਟਾਂ ਨੂੰ ਰਿਵਿਊ ਕੀਤਾ, ਪਰ ਡਾਇਰੈਕਟਰ ਆਫ ਪਬਲਿਕ ਸਰਵਿਸਿਜ਼ ਨੂੰ ਤਿੰਨਾਂ ਧਿਰਾਂ ਕੋਲੋਂ ਹੋਰ ਜਾਣਕਾਰੀ ਦੀ ਜ਼ਰੂਰਤ ਹੈ। ਦੱਸਿਆ ਜਾ ਰਿਹਾ ਹੈ ਕਿ ਸੰਬੰਧਿਤ ਧਿਰਾਂ ਵੱਲੋਂ ਸਮੇਂ ਸਿਰ ਜਾਣਕਾਰੀ ਦਿੱਤੇ ਜਾਣ ਅਤੇ ਆਪਸੀ ਸਹਿਯੋਗ ਜਾਰੀ ਰੱਖਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਬਾਰੇ ਮਾਈਕ ਨੇ ਕਿਹਾ ਕਿ ਉਹਨਾਂ ਨੂੰ ਖਾਸ ਤੌਰ ਤੇ ਸਿਟੀ ਕੋਲੋਂ ਇਹ ਜਾਣਕਾਰੀ ਚਾਹੀਦੀ ਹੈ ਕਿ ਸਰੀ ਪੁਲਿਸ ਨੂੰ ਹਟਾਉਣ ਦੇ ਵੇਰਵੇ ਕੀ ਹਨ ਅਤੇ ਦੁਬਾਰਾ ਭਰਤੀ ਲਈ RCMP ਦਾ ਕਿੰਨਾ ਸਟਾਫ ਚਾਹੀਦਾ ਹੋਵੇਗਾ। ਉਹਨਾਂ ਨੇ RCMP ਤੋਂ ਵੀ ਸਟਾਫ ਭਰਤੀ ਦੀ ਜ਼ਰੂਰਤ ਬਾਰੇ ਜਾਣਕਾਰੀ ਮੰਗੀ ਹੈ। ਦੱਸਿਏ ਕਿ ਸਰੀ ਸ਼ਹਿਰ ਵਿੱਚ ਸਰੀ ਪੁਲਿਸ ਸਰਵਿਸ ਨੂੰ ਤਾਇਨਾਤ ਕਰਨ ਸੰਬੰਧੀ ਹੋਰ ਜਾਣਕਾਰੀ ਪ੍ਰਦਾਨ ਕਰਨ ਵਾਸਤੇ ਕਿਹਾ ਗਿਆ ਹੈ। ਮਾਈਕ ਨੇ ਕਿਹਾ ਕਿ ਉਹਨਾਂ ਦੀ ਤਰਜੀਹ ਬ੍ਰਿਟਿਸ਼ ਕੋਲੰਬੀਆ ਦੇ ਦੂਸਰੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਵਿੱਚ ਪੁਲਿਸ ਸਰਵਿਸ ਦੇ ਲੋੜੀਂਦੇ ਪੱਧਰ ਨੂੰ ਯਕੀਨੀ ਬਣਾਉਣਾ ਹੈ। ਇਸ ਤੋਂ ਇਲਾਵਾ ਮੇਅਰ ਵੱਲੋਂ ਨਿਰਾਸ਼ਾ ਪ੍ਰਗਟਾਉਂਦਿਆਂ ਕਿਹਾ ਗਿਆ ਕਿ ਸੂਬਾਈ ਅਧਿਕਾਰੀ ਫੈਸਲੇ ਨੂੰ ਬੇਲੋੜਾ ਲਮਕਾ ਰਹੇ ਹਨ ਅਤੇ ਸੂਬੇ ਨੂੰ ਸਿੱਧੀ ਜਿਹੀ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਸਿਟੀ ਆਫ ਸਰੀ ਕੋਲ ਇਸ ਬਾਰੇ ਫੈਸਲਾ ਲੈਣ ਦਾ ਅਧਿਕਾਰ ਹੈ। ਮੇਅਰ ਨੇ ਕਿਹਾ ਕਿ ਵਿਕਟੋਰੀਆ ਵਿੱਚ ਬੈਠੇ ਲੋਕ ਸਰੀ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਆਪਣੇ ਸ਼ਹਿਰ ਵਿੱਚ ਪੁਲਿਸ ਕਿਵੇਂ ਲਿਆਉਣੀ ਹੈ। ਇਹ ਇੱਕ ਚਿੰਤਾ ਦਾ ਵਿਸ਼ਾ ਹੈ। ਨਵੇਂ ਕਿਰਾਏਦਾਰਾਂ ਵਾਸਤੇ ਕਿਰਾਏ ਵਿੱਚ ਕਿੰਨਾ ਵਾਧਾ ਹੋਇਆ, ਇਸ ਬਾਰੇ ਇੱਕ ਰਿਪੋਰਟ ਦੇ ਵਿੱਚ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਨਵੇਂ ਕਿਰਾਏਦਾਰਾਂ ਵਾਸਤੇ ਕਿਰਾਏ ਵਿੱਚ 18% ਦਾ ਵਾਧਾ ਦਰਜ ਕੀਤਾ ਗਿਆ। ਇਹ ਅੰਕੜੇ 1 ਸਾਲ ਦੇ ਬਾਰੇ ਸਾਂਝੇ ਕੀਤੇ ਗਏ ਹਨ। ਨਵੇਂ ਕਿਰਾਏਦਾਰਾਂ ਵਾਸਤੇ ਕਿਰਾਇਆ ਕਿੰਨਾ ਵਧਿਆ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ। ਇੱਕ ਰਿਪੋਰਟ ਦੇ ਵਿੱਚ ਪਤਾ ਚੱਲਿਆ ਹੈ ਕਿ ਪਿਛਲੇ ਸਾਲ ਨਵੇਂ ਕਿਰਾਏਦਾਰਾਂ ਵਾਸਤੇ ਔਸਤ ਕਿਰਾਇਆ 18% ਤੋਂ ਜ਼ਿਆਦਾ ਵਧਿਆ। ਕੈਨੇਡਾ ਵਿੱਚ ਪਿਛਲੇ ਸਾਲ ਕਿਰਾਏ ਦੇ ਮਕਾਨਾਂ ਦੀ ਵਧੀ ਮੰਗ ਕਾਰਨ ਰੈਂਟਲ ਮਾਰਕੀਟ ਪਿਛਲੇ 2 ਦਹਾਕਿਆਂ ਵਿੱਚ ਸਭ ਤੋਂ ਉਤਲੇ ਪੱਧਰ ਤੇ ਪਹੁੰਚੀ। ਅਪਾਰਟਮੈਂਟਾਂ ਦੇ ਖਾਲੀ ਪਏ ਹੋਣ ਦੀ ਦਰ 2% ਤੋਂ ਵੀ ਘੱਟ ਦਰਜ ਕੀਤੀ ਗਈ ਤੇ ਨਵੇਂ ਕਿਰਾਏਦਾਰਾਂ ਵਾਸਤੇ ਕਿਰਾਏ ਵਿੱਚ 18% ਤੋਂ ਜ਼ਿਆਦਾ ਵਾਧਾ ਕੀਤਾ ਗਿਆ। ਕੈਨੇਡਾ ਹਾਊਸਿੰਗ ਐਂਡ ਮਾਰਗੇਜ ਕਾਰਪੋਰੇਸ਼ਨ ਦੀ ਸਾਲਾਨਾ ਰਿਪੋਰਟ ਤੋਂ ਇਸ ਬਾਰੇ ਜਾਣਕਾਰੀ ਮਿਲੀ, ਜਿਸ ਵਿੱਚ ਦੱਸਿਆ ਗਿਆ ਕਿ ਨਵੇਂ ਕਿਰਾਏਦਾਰਾਂ ਵਾਸਤੇ ਕਿੰਨਾ ਕਿਰਾਇਆ ਵਧਿਆ। ਦੱਸਿਏ ਕਿ ਅਪਾਰਟਮੈਂਟ ਦੀ ਵਧਦੀ ਮੰਗ ਕਾਰਨ ਉਹਨਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਤੇ ਔਸਤ ਕਿਰਾਇਆ ਵੀ $1,258 ਪ੍ਰਤੀ ਮਹੀਨਾ ਪਹੁੰਚ ਗਿਆ। ਇਹ 1 ਸਾਲ ਪਹਿਲਾਂ ਦੇ ਪੱਧਰ ਦੀ ਤੁਲਨਾ ਵਿੱਚ 5.6% ਵਾਧਾ ਹੈ ਤੇ ਪਿਛਲੇ 30 ਸਾਲਾਂ ਦੀ ਸਾਲਾਨਾ ਔਸਤ ਨਾਲੋਂ ਦੁੱਗਣਾ ਹੈ। ਜਿਨ੍ਹਾਂ ਅਪਾਰਟਮੈਂਟਾਂ ਵਿੱਚ ਕਿਰਾਏਦਾਰ ਬਦਲੇ ਹਨ, ਉੱਥੇ ਕਿਰਾਏ ਵਿੱਚ 18.9% ਵਾਧਾ ਹੋਇਆ। ਜਿੱਥੇ ਕਿਰਾਏਦਾਰ ਨਹੀਂ ਬਦਲੇ, ਉੱਥੇ ਕਿਰਾਏ ਵਿੱਚ 2.9% ਵਾਧਾ ਹੋਇਆ। ਕੈਨੇਡਾ ਦੇ 2 ਵੱਡੇ ਸ਼ਹਿਰਾਂ ਵਿੱਚ ਔਸਤ ਕਿਰਾਏ ਵਾਧੇ ਦਾ ਪਾੜਾ ਹੋਰ ਵੀ ਡੂੰਘਾ ਦਰਜ ਹੋਇਆ। ਨਵੇਂ ਕਿਰਾਏਦਾਰਾਂ ਦੀ ਸਥਿਤੀ ਵਿੱਚ ਟੋਰਾਂਟੋ ਦੇ ਯੂਨਿਟ ਵਿੱਚ ਕਿਰਾਇਆ 29% ਉੱਪਰ ਗਿਆ ਤੇ ਵੈਨਕੂਵਰ ਵਿੱਚ 24% ਉੱਪਰ ਗਿਆ।
ਬਹੁਤ ਸਾਰੇ ਲੋਕ ਆਪਣਾ ਦੇਸ਼ ਛੱਡ ਕੇ ਅਮਰੀਕਾ ਜਾਂ ਫਿਰ ਕੈਨੇਡਾ ਵਿੱਚ ਪੱਕੇ ਤੌਰ ਤੇ ਵਸਣਾ ਚਾਹੁੰਦੇ ਹਨ। ਬਹੁਤੇ ਲੋਕਾਂ ਦੀ ਪਹਿਲੀ ਪਸੰਦ ਅਜੇ ਵੀ ਕੈਨੇਡਾ ਬਣਿਆ ਹੋਇਆ ਹੈ। ਇੱਕ ਰਿਪੋਰਟ ਸਾਹਮਣੇ ਆਈ ਜਿਸ ਵਿੱਚ ਪਤਾ ਚੱਲਿਆ ਕਿ ਜ਼ਿਆਦਾਤਰ ਲੋਕ ਅਮਰੀਕਾ ਦੇ ਵਿੱਚ ਜਾਣਾ ਚਾਹੁੰਦੇ ਨੇ ਤੇ ਉਸ ਤੋਂ ਬਾਅਦ ਦੂਸਰਾ ਨੰਬਰ ਕੈਨੇਡਾ ਦਾ ਹੈ। 900 ਮਿਲੀਅਨ ਦੇ ਕਰੀਬ ਲੋਕ ਅਜਿਹੇ ਨੇ ਜਿਹੜੇ ਪੱਕੇ ਤੌਰ ਦੇ ਉੱਪਰ ਆਪਣਾ ਦੇਸ਼ ਛੱਡ ਦੇਣਾ ਚਾਹੁੰਦੇ ਹਨ। ਬਹੁਤੇ ਲੋਕਾਂ ਦੀ ਪਹਿਲੀ ਪਸੰਦ ਕੈਨੇਡਾ ਹੈ। ਇਸ ਬਾਰੇ ਇੱਕ ਤਾਜ਼ਾ ਪੋਲ ਦੇ ਵਿੱਚ ਵੀ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਪਤਾ ਚੱਲਿਆ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਕੈਨੇਡਾ ਵਿੱਚ ਜਾ ਕੇ ਵਸਣਾ ਚਾਹੁੰਦੇ ਨੇ। ਨਵੇਂ ਲੋਕਾਂ ਵਾਸਤੇ ਦੂਸਰੀ ਪਸੰਦੀਦਾ ਜਗ੍ਹਾ ਕੈਨੇਡਾ ਹੈ। ਅਜਿਹਾ ਪਹਿਲੀ ਵਾਰ ਹੋਇਆ ਜਦੋਂ ਕੈਨੇਡਾ ਦਾ ਸਥਾਨ ਦੂਸਰੇ ਨੰਬਰ ਤੇ ਦਰਜ ਕੀਤਾ ਗਿਆ ਹੋਵੇ। ਬਹੁਤੇ ਲੋਕ ਇਸ ਸਮੇਂ ਅਮਰੀਕਾ ਜਾਣ ਦੀ ਰੁਚੀ ਰੱਖ ਰਹੇ ਹਨ। ਦੱਸ ਦਈਏ ਕਿ ਗਲੋਬਲ ਐਨਾਲਿਟਿਕਸ ਅਤੇ ਐਡਵਾਈਸ ਫਰਮ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਜਿੱਥੇ ਪਤਾ ਚੱਲਿਆ ਕਿ ਜਿਹੜੇ ਲੋਕ ਦੂਸਰੇ ਦੇਸ਼ ਵਿੱਚ ਜਾ ਕੇ ਵਸਣਾ ਚਾਹੁੰਦੇ ਨੇ ਉਹਨਾਂ ਵਿੱਚੋਂ ਬਹੁਤਿਆਂ ਦੀ ਪਸੰਦ ਯੂਨਾਈਟਿਡ ਸਟੇਟਸ ਜਾਣੀ ਕਿ ਅਮਰੀਕਾ ਹੈ ਤੇ ਦੂਸਰੇ ਨੰਬਰ ਤੇ ਸਥਾਨ ਕੈਨੇਡਾ ਦਾ ਆਇਆ। ਇਸ ਤਰ੍ਹਾਂ ਦਾ ਅੰਕੜਾ ਸਾਲ 2018 ਤੋਂ ਬਾਅਦ ਪਹਿਲੀ ਵਾਰ ਸਾਂਝਾ ਕੀਤਾ ਗਿਆ ਹੈ। ਪੋਲ ਦੱਸਦਾ ਹੈ ਕਿ ਸਾਲ 2021 ਦੇ ਵਿੱਚ 900 ਮਿਲੀਅਨ ਲੋਕ ਅਜਿਹੇ ਹਨ ਜਿਹੜੇ ਕਿ ਦੂਸਰੇ ਦੇਸ਼ ਵਿੱਚ ਜਾ ਕੇ ਵਸਣਾ ਚਾਹੁੰਦੇ ਹਨ। ਅੰਕੜੇ ਦੱਸਦੇ ਹਨ ਕਿ ਸਾਲ 2011 ਤੋਂ ਸਾਲ 2021 ਦੌਰਾਨ 12% ਤੋਂ 16% ਲੋਕ ਅਜਿਹੇ ਹਨ ਜਿਹੜੇ ਕਿ ਪੱਕੇ ਤੌਰ ਦੇ ਉੱਪਰ ਆਪਣਾ ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ਵਿੱਚ ਰਹਿਣਾ ਚਾਹੁੰਦੇ ਨੇ। ਇਹ ਡਾਟਾ ਦੱਸਦਾ ਹੈ ਕਿ ਕੋਰੋਨਾ ਪੈਂਡੇਮਿਕ ਦਾ ਕੋਈ ਵੀ ਅਜਿਹਾ ਅਸਰ ਨਹੀਂ ਪਿਆ ਕਿ ਲੋਕ ਮਾਈਗ੍ਰੇਟ ਨਹੀਂ ਕਰਨਾ ਚਾਹੁੰਦੇ। ਅਜਿਹੇ ਵਿੱਚ ਕੈਨੇਡਾ ਵੀ ਬਹੁਤਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਮੀਗ੍ਰੈਂਟਸ ਵਾਸਤੇ ਕੈਨੇਡਾ ਇੱਕ ਬਹੁਤ ਪ੍ਰਸਿੱਧ ਡੈਸਟੀਨੇਸ਼ਨ ਹੈ। ਪਿਛਲੇ ਸਾਲਾਂ ਦੇ ਵਿੱਚ ਇਹ ਅੰਕੜਾ ਵਾਧਾ ਹੋਇਆ ਦਿਖਾਈ ਦਿੱਤਾ। ਦੱਸੀਏ ਕਿ ਜਿਸ ਵੇਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਸਨ ਤਾਂ ਉਹਨਾਂ ਵੱਲੋਂ ਐਂਟੀ ਇਮੀਗ੍ਰੇਸ਼ਨ ਨੀਤੀਆਂ ਲਿਆਂਦੀਆਂ ਗਈਆਂ ਜਿਸ ਤੋਂ ਬਾਅਦ ਬਹੁਤੇ ਲੋਕ ਅਮਰੀਕਾ ਨਹੀਂ ਜਾਣਾ ਚਾਹੁੰਦੇ ਸਨ। ਜਿਹੜੇ ਲੋਕ ਆਪਣਾ ਦੇਸ਼ ਛੱਡਣਾ ਚਾਹੁੰਦੇ ਨੇ ਉਹਨਾਂ ਵਿੱਚ ਵੱਡਾ ਅੰਕੜਾ ਸਿਆਰਾ ਲਿਓਨਾ ਦੇ ਨਾਲ ਜੁੜੇ ਹੋਏ ਲੋਕਾਂ ਦਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੈਨੇਡਾ ਵੱਲੋਂ ਇਸ ਸਮੇਂ ਜ਼ਿਆਦਾ ਤੋਂ ਜ਼ਿਆਦਾ ਇਮੀਗ੍ਰੈਂਟਸ ਦੀ ਸਵਾਗਤ ਦਾ ਟਾਰਗੇਟ ਰੱਖਿਆ ਜਾ ਰਿਹਾ ਹੈ। ਹਾਲ ਹੀ ਵਿੱਚ ਇਮੀਗ੍ਰੇਸ਼ਨ ਲੈਵਲਸ ਪਲਾਨ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਜਿੱਥੇ ਦੱਸਿਆ ਗਿਆ ਹੈ ਕਿ ਕਿੰਨੇ ਮਾਈਗ੍ਰੈਂਟਸ ਦਾ ਹੁਣ ਸਵਾਗਤ ਕੀਤਾ ਜਾਵੇਗਾ। ਹੋਲੋਕਾਸਟ ਮੈਮੋਰੀਅਲ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਪ੍ਰਧਾਨ ਮੰਤਰੀ ਆਟਵਾ ਵਿੱਚ ਮੌਜੂਦ ਸਨ ਜਿੱਥੇ ਉਹਨਾਂ ਵੱਲੋਂ ਇਸ ਮੌਕੇ ਆਪਣੇ ਵਿਚਾਰ ਦਿੱਤੇ ਗਏ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨੈਸ਼ਨਲ ਹੋਲੋਕਾਸਟ ਮੈਮੋਰੀਅਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਪ੍ਰਧਾਨ ਮੰਤਰੀ ਇਸ ਦੌਰਾਨ ਆਟਵਾ ਵਿੱਚ ਮੌਜੂਦ ਸਨ ਜਿੱਥੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਭ ਬਾਰੇ ਕੀ ਕਹਿਣਾ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। As time progresses, we have fewer and fewer Holocaust survivors who can share the truth of what happened to them and the atrocities they witnessed firsthand. We are all grateful to be able to hear from survivor Dr. Klein today. It is more important than ever that we hear, tell, and remember the stories of all the victims of the Holocaust, at Auschwitz, at Treblinka, Belzec, Sobibor, at Chelmno, and across Europe. It should be troubling for us all that so many young people haven't heard or don't understand what happened during the Holocaust. Our government has made historic investments to support community institutions across the country to educate Canadians about the reality of the Holocaust in Vancouver, in Winnipeg, in Toronto, and in Montreal. During the Holocaust, the forces of hatred and violence tried to erase millions of voices. By supporting organizations like these and attending events like today's, we are, in fact, amplifying those voices so they resonate for generations more. We are making sure, as Jews and non-Jews alike, that never again means never again. We are illuminating the truth and proving, once again, that light is always more powerful than darkness. Thank you all for being here today.
ਸਿਹਤ ਦੇ ਨਾਲ ਜੁੜਿਆ ਹੋਇਆ ਵੱਡਾ ਐਲਾਨ ਹੋਇਆ। ਐਲਬਰਟਾ ਸੂਬੇ ਤੋਂ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਐਲਬਰਟਾ ਦੇ ਮੰਤਰੀਆਂ ਵੱਲੋਂ ਫੰਡਿੰਗ ਦਾ ਐਲਾਨ ਕੀਤਾ ਗਿਆ। ਇਸ ਫੰਡਿੰਗ ਨਾਲ ਕਿਸ ਦੀ ਮਦਦ ਹੋਵੇਗੀ ਤੇ ਕਿਹੜੇ ਉਪਰਾਲੇ ਕੀਤੇ ਜਾਣਗੇ, ਇਸ ਦੀ ਜਾਣਕਾਰੀ ਵੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਐਲਬਰਟਾ ਵਿੱਚ ਸਿਹਤ ਨਾਲ ਜੁੜਿਆ ਹੋਇਆ ਵੱਡਾ ਐਲਾਨ ਕੀਤਾ ਗਿਆ। ਇੱਥੋਂ ਦੇ ਮੰਤਰੀਆਂ ਵੱਲੋਂ ਫੰਡਿੰਗ ਦਾ ਐਲਾਨ ਕੀਤਾ ਗਿਆ, ਜਿਸ ਰਾਹੀਂ ਕੁਝ ਖੇਤਰਾਂ ਵਿੱਚ ਮਦਦ ਕੀਤੀ ਜਾ ਸਕੇਗੀ। ਮੰਤਰੀ ਵੱਲੋਂ ਦੱਸਿਆ ਗਿਆ ਕਿ ਇਸ ਫੰਡਿੰਗ ਨਾਲ ਰੂਰਲ ਖੇਤਰਾਂ ਵਿੱਚ ਹੈਲਥ ਟ੍ਰੇਨਿੰਗ ਦਿੱਤੀ ਜਾਵੇਗੀ। However, the government's plans to add 10,000 more spaces will help address some of those challenges. As we have created these new seats, one of the key areas of priority and focus was in healthcare. In fact, almost 30 million of those dollars was allocated last year to create 2,400 new spaces in healthcare-related programs. We created more seats in nursing programs, in paramedicine, and in healthcare aid and in other areas. By making that investment, we are taking clear and proactive steps to ensure that we have enough doctors, nurses, and healthcare professionals both now and well into the future. In fact, due to this investment from last year, Alberta is no longer projecting a shortage of healthcare aides, and the projected shortage of nurses has been reduced by half. However, more action must be taken, and we must get precise about addressing some of the very unique and specific healthcare challenges in our province. One of those challenges is a shortage of healthcare professionals in our rural communities. And so today, I'm very pleased to be able to take a step forward in training more doctors where they are needed most, in our rural and remote communities. I am very pleased to announce a new investment of $1 million to explore the development of 2 regional health training centers, one in Grand Prairie and one in Lethbridge. As of right now, we have 2 incredible medical schools in Alberta. As President McCauley mentioned, one of course right here at the University of Calgary and one in Edmonton at the University of Alberta. ਨਸ਼ੇ ਖਿਲਾਫ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ, ਜਿੱਥੇ ਉਹਨਾਂ ਦੇ ਹੱਥ ਵੱਡੀ ਮਾਤਰਾ ਦੇ ਵਿੱਚ ਨਗਦੀ ਅਤੇ ਹੋਰ ਵੀ ਕਈ ਚੀਜ਼ਾਂ ਲੱਗੀਆਂ ਹਨ। ਪੁਲਿਸ ਵੱਲੋਂ ਇਸ ਬਾਰੇ ਨਿਊਜ਼ ਰਿਲੀਜ਼ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ 4 ਜਾਣਿਆਂ ਨੂੰ ਚਾਰਜ ਕੀਤਾ ਗਿਆ। ਇਹ ਚਾਰੋਂ ਜਾਣੇ ਟੋਰਾਂਟੋ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ। ਟੋਰਾਂਟੋ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਪੁਲਿਸ ਵੱਲੋਂ 4 ਜਾਣਿਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਇਹਨਾਂ 4 ਜਾਣਿਆਂ ਨੂੰ ਚਾਰਜ ਕੀਤਾ ਗਿਆ, ਜਿਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਨਕਦੀ ਵੀ ਬਰਾਮਦ ਕੀਤੀ ਗਈ ਹੈ। RCMP ਵੱਲੋਂ ਇਸ ਸਾਰੇ ਮਾਮਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ 4 ਟੋਰਾਂਟੋ ਨਾਲ ਸੰਬੰਧਿਤ ਲੋਕਾਂ ਨੂੰ ਚਾਰਜ ਕੀਤਾ ਗਿਆ ਤੇ ਇਹਨਾਂ ਕੋਲੋਂ $3 ਮਿਲੀਅਨ ਦੀ ਨਕਦੀ ਅਤੇ ਹੋਰ ਵੀ ਕਈ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਨੇ। ਇਹਨਾਂ ਦਾ ਸੰਬੰਧ ਨਸ਼ੇ ਦੇ ਨਾਲ ਜੁੜਿਆ ਹੋਇਆ ਵੀ ਦੱਸਿਆ ਗਿਆ। ਪੁਲਿਸ ਵੱਲੋਂ ਇਸ ਸਭ ਬਾਰੇ ਇੱਕ ਨਿਊਜ਼ ਰਿਲੀਜ਼ ਸਾਂਝੀ ਕੀਤੀ ਗਈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਉਹਨਾਂ ਵੱਲੋਂ ਇਸ ਸਾਰੇ ਮਾਮਲੇ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਗ੍ਰੇਟਰ ਟੋਰਾਂਟੋ ਖੇਤਰ ਦੇ ਵਿੱਚ ਉਹਨਾਂ ਵੱਲੋਂ ਸਰਚ ਵਾਰੰਟ ਐਗਜ਼ੀਕਿਊਟ ਕੀਤੇ ਗਏ। ਨਤੀਜੇ ਵਜੋਂ ਪੁਲਿਸ ਦੇ ਹੱਥ $8 ਲੱਖ ਦੀ ਨਕਦੀ ਲੱਗੀ। ਇਸ ਤੋਂ ਇਲਾਵਾ ਗੱਡੀ ਅਤੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਦੇ ਦੱਸਣ ਮੁਤਾਬਕ ਇਸ ਮਾਮਲੇ ਵਿੱਚ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਜਿਹੜੇ 4 ਜਾਣੇ ਚਾਰਜ ਕੀਤੇ ਗਏ ਨੇ, ਉਹਨਾਂ ਦੀ ਪਹਿਚਾਣ ਵੀ ਪੁਲਿਸ ਨੇ ਜਨਤਕ ਕੀਤੀ। ਦੱਸਿਆ ਜਾ ਰਿਹਾ ਕਿ ਚਾਰੋਂ ਜਾਣੇ ਟੋਰਾਂਟੋ ਦੇ ਨਾਲ ਸੰਬੰਧਿਤ ਹਨ। ਫਿਲਹਾਲ ਇਸ ਬਾਰੇ ਹੋਰ ਬਹੁਤੀ ਡਿਟੇਲ ਜਨਤਕ ਨਹੀਂ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ, ਜਿਸ ਤੋਂ ਬਾਅਦ ਬਾਕੀ ਦੀ ਅਪਡੇਟ ਜਾਰੀ ਕੀਤੀ ਜਾਵੇਗੀ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੱਲੋਂ ਪਾਰਟੀ ਕਾਕਸ ਨੂੰ ਸੰਬੋਧਿਤ ਕੀਤਾ ਗਿਆ, ਜਿਸ ਮੌਕੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਪੀਅਰ ਪੋਲੀਏ ਵੱਲੋਂ ਇਸ ਮੌਕੇ ਦੇ ਉੱਪਰ ਕੀ ਕੁਝ ਕਿਹਾ ਗਿਆ, ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। ਕੰਜ਼ਰਵੇਟਿਵ ਲੀਡਰ ਵੱਲੋਂ ਪਾਰਟੀ ਦੇ ਕਾਕਸ ਨੂੰ ਐਡਰੈਸ ਕੀਤਾ ਗਿਆ, ਜਿੱਥੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪੀਅਰ ਪੋਲੀਏਵ ਦਾ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। What's happening in our country? Seriously, look around you. Crime is raging out of control in our streets. Our people are desperate that they'll have to lose their homes because of rising inflation and interest rates the government promised would never happen. People are losing loved ones at record rates to
violent crime and drug overdoses. And families who've been locked down for 2 years because of COVID are now locked down at airports when they try to get away for a small vacation. Everything feels broken. Oh, I just offended Justin Trudeau. He gets very angry when I talk about these problems. He thinks that if we don't speak about them out loud, that Canadians will forget that they exist. He said this to me in a very angry speech right before Christmas, where he told 2,000 Liberal lobbyists and political staffers and consultants who'd paid $500 to listen to him speak that Canadians have never had it so good. And you know what? For the people in that room, he's absolutely right. They have never had it so good. The $1,000 a day consultants at McKinsey have never had it so good. In fact, the consulting contracts that he's given up have gone up 100% in the 8 years since he took office. Justin, these people are very grateful to you. That's why they are donating so much to your party. The lobbyists, whose contracts have also increased by 100%. Justin, they've never had it so good either. All of the political staffers around the Hill that are giving out these contracts to their long-term friends, they've never had it so good either. And with your $6,000 a night hotel rooms, you've never had it so good yourself, Justin. But let me tell you something, Justin. There is pain in the faces you do not see. There is suffering in the voices you do not hear. And there is distress and even chaos in the places you do not go. If you don't believe me, come with me over to the local grocery store in East End, Ottawa, where I was last night, where a 60-year-old plus cook came up to me with tears in his eyes to tell me he has to delay his retirement. But you know the thing that really broke him? That he can no longer afford the very ingredients to cook at home that he works with in his job at work. Justin, if you don't believe me, come to Northern Ontario and ask the elderly woman who lives in the cold because your carbon tax has made it too expensive for her to heat her home. If you don't believe me, Justin, come speak to the students who live in homeless shelters while they go to school. ਗ੍ਰੀਨ ਪਾਰਟੀ ਨੂੰ ਲੈ ਕੇ ਹੁਣ ਸਵਾਲ ਖੜੇ ਹੋ ਰਹੇ ਹਨ ਕਿਉਂਕਿ ਪਾਰਟੀ ਦੀ ਵੈਬਸਾਈਟ ਦੇ ਉੱਪਰ ਵੋਟਰਾਂ ਦੀ ਜਾਣਕਾਰੀ ਲੀਕ ਹੋਈ ਹੈ। ਵੋਟਰਾਂ ਦੀ ਜਾਣਕਾਰੀ ਲੀਕ ਹੋਣ ਦਾ ਇਹ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਤੋਂ ਬਾਅਦ ਗ੍ਰੀਨ ਪਾਰਟੀ ਨੇ ਕਿਹਾ ਕਿ ਉਹ ਇਸ ਸੰਬੰਧੀ ਜਾਂਚ ਪੜਤਾਲ ਕਰਨਗੇ। ਗ੍ਰੀਨ ਪਾਰਟੀ ਨੇ ਆਪਣੇ ਅੰਦਰੂਨੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਆਪਣੇ ਮੈਂਬਰਾਂ ਅਤੇ ਵੋਟਰਾਂ ਨਾਲ ਸੰਬੰਧਿਤ ਨਿੱਜੀ ਜਾਣਕਾਰੀ ਆਨਲਾਈਨ ਪੋਸਟ ਕਰ ਦਿੱਤੀ। ਹਜ਼ਾਰਾਂ ਨਾਮ, ਫੋਨ ਨੰਬਰ ਅਤੇ ਕਈ ਹੋਰ ਜਾਣਕਾਰੀ ਆਨਲਾਈਨ ਉਪਲਬਧ ਸੀ ਜੋ ਕਿ ਪਾਰਟੀ ਦੀ ਵੈਬਸਾਈਟ ਰਾਹੀਂ ਪਹੁੰਚਾਈ ਗਈ। ਇਹ ਸਪਸ਼ਟ ਨਹੀਂ ਹੈ ਕਿ ਇਹ ਜਾਣਕਾਰੀ ਕਿੰਨੇ ਚਿਰ ਤੋਂ ਆਨਲਾਈਨ ਉਪਲਬਧ ਸੀ। ਦੱਸ ਦਈਏ ਕਿ ਇਹ ਜਾਣਕਾਰੀ ਇੱਕ ਗੂਗਲ ਡਰਾਈਵ ਡਾਕੂਮੈਂਟ ਦੇ ਵਿੱਚ ਸੀ। ਇਸ ਬਾਰੇ ਇੱਕ ਐਕਸਪਰਟ ਵੱਲੋਂ ਕਿਹਾ ਗਿਆ ਕਿ ਨਿੱਜੀ ਜਾਣਕਾਰੀ ਨੂੰ ਆਨਲਾਈਨ ਪੋਸਟ ਕਰਨਾ ਵਿਸ਼ਵਾਸ ਦੀ ਉਲੰਘਣਾ ਦੇ ਦਾਇਰੇ ਵਿੱਚ ਆਉਂਦਾ ਹੈ। ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਵਿੱਚ ਪ੍ਰਾਈਵੇਸੀ ਮਾਹਰ ਅਤੇ ਓਨਟਾਰੀਓ ਦੀ ਸਾਬਕਾ ਪ੍ਰਾਈਵੇਸੀ ਕਮਿਸ਼ਨਰ ਵੱਲੋਂ ਇਸ ਨੂੰ ਡਰਾਉਣੀ ਕਿਹਾ ਗਿਆ ਹੈ। ਅਸੁਰੱਖਿਅਤ ਨਿੱਜੀ ਜਾਣਕਾਰੀ ਨੂੰ ਆਨਲਾਈਨ ਪੋਸਟ ਕਰਨਾ ਗ੍ਰੀਨ ਪਾਰਟੀ ਦੀ ਗੋਪਨੀਯਤਾ ਨੀਤੀ ਦੀ ਉਲੰਘਣਾ ਹੈ। ਆਪਣੀ ਵੈਬਸਾਈਟ ਤੇ ਪਾਰਟੀ ਵੋਟਰਾਂ ਨਾਲ ਵਾਅਦਾ ਕਰਦੀ ਹੈ ਕਿ ਉਹ ਜਾਣਕਾਰੀ ਦੀ ਵਰਤੋਂ, ਸ਼ੇਅਰਿੰਗ, ਨੁਕਸਾਨ ਜਾਂ ਫਿਰ ਚੋਰੀ ਤੋਂ ਸੁਰੱਖਿਆ ਕਰੇਗੀ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਡਾਟਾ ਕਿੰਨੀ ਦੇਰ ਤੋਂ ਆਨਲਾਈਨ ਉਪਲਬਧ ਸੀ। ਫੋਲਡਰਾਂ ਤੇ ਫਾਈਲਾਂ ਤੇ ਜੁਲਾਈ ਸਾਲ 2022 ਦੀ ਤਰੀਕ ਦਰਜ ਕੀਤੀ ਗਈ। ਸਾਲ 2022 ਵਿੱਚ ਸਾਬਕਾ ਪਾਰਟੀ ਲੀਡਰਸ਼ਿਪ ਤੋਂ ਅਸਤੀਫਾ ਦੇ ਗਏ ਅਤੇ ਫਿਲਹਾਲ ਕੇਵਿਨ ਪਾਰਟੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਹਨ। ਕੇਵਿਨ ਨੇ ਕਿਹਾ ਕਿ ਪਾਰਟੀ ਆਪਣੇ ਅੰਦਰੂਨੀ ਸਿਸਟਮ ਅਤੇ ਵੈਬਸਾਈਟ ਦੀ ਜ਼ਬਰਦਸਤ ਸਮੀਖਿਆ ਕਰ ਰਹੀ ਹੈ। ਇੱਕ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਕਤ ਜਾਣਕਾਰੀ ਕਦੇ ਵੀ ਵੈਬਸਾਈਟ ਤੇ ਪਾਉਣਾ ਨਹੀਂ ਸੀ ਅਤੇ ਉਸ ਨੂੰ ਹਟਾ ਦਿੱਤਾ ਗਿਆ। ਕੇਵਿਨ ਕਹਿੰਦੇ ਨੇ ਕਿ ਅਸੀਂ ਡਾਟਾ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਇਸ ਦੀ ਜਾਂਚ ਸ਼ੁਰੂ ਹੋਵੇਗੀ ਕਿ ਇਹ ਜਾਣਕਾਰੀ ਸਾਡੀ ਵੈਬਸਾਈਟ ਦੇ ਉੱਪਰ ਕਿਵੇਂ ਪਹੁੰਚੀ। ਇਸ ਤੋਂ ਇਲਾਵਾ ਮੈਂਬਰਸ਼ਿਪ ਛੱਡਣ ਵਾਲੇ ਪੌਲ ਦੀ ਵੀ ਨਿੱਜੀ ਜਾਣਕਾਰੀ ਆਨਲਾਈਨ ਰਿਲੀਜ਼ ਹੋਈ। ਉਹਨਾਂ ਨੇ ਪਿਛਲੇ ਸਾਲ ਕਿਸੇ ਹੋਰ ਮੈਂਬਰ ਨੂੰ ਪਾਰਟੀ ਤੋਂ ਬਾਹਰ ਕਰਨ ਦੀ ਪ੍ਰਕਿਰਿਆ ਵਿੱਚ ਨੁਕਸ ਹੋਣ ਦੇ
ਦਾਅਵੇ ਦੇ ਚੱਲਦਿਆਂ ਪਾਰਟੀ ਨੂੰ ਤਿਆਗ ਦਿੱਤਾ। ਹੁਣ ਇਹ ਜੋ ਮਾਮਲਾ ਸਾਹਮਣੇ ਆਇਆ ਹੈ ਇਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਾਰਟੀ ਦਾ ਕਹਿਣਾ ਹੈ ਕਿ ਉਹ ਇਸ ਸੰਬੰਧੀ ਵਧੇਰੇ ਜਾਂਚ ਕਰਨਗੇ। ਸਦਨ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੋਲੇ ਹਨ। ਉਹਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਤੇ ਨਾਲ ਹੀ ਦੱਸਿਆ ਗਿਆ ਕਿ ਸਦਨ ਵਿੱਚ ਕਿਹੜੇ ਮੁੱਦਿਆਂ ਦੇ ਉੱਪਰ ਖਾਸ ਤੌਰ ਤੇ ਉੱਪਰ ਵਿਚਾਰ ਚਰਚਾ ਕੀਤੀ ਜਾਵੇਗੀ। ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿੱਥੇ ਦੱਸਿਆ ਗਿਆ ਕਿ ਸਦਨ ਵਿੱਚ ਕਿਹੜੇ तमाम ਮੁੱਦਿਆਂ ਦੇ ਉੱਪਰ ਵਿਚਾਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਟਵਾ ਵਿੱਚ ਮੌਜੂਦ ਸਨ, ਜਿੱਥੇ ਉਹਨਾਂ ਨੇ ਨੈਸ਼ਨਲ ਕਾਕਸ ਵਿੰਟਰ ਰਿਟਰੀਟ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਦੌਰਾਨ ਕੀ ਕਹਿਣਾ ਹੈ ਪ੍ਰਧਾਨ ਮੰਤਰੀ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। We must beat this moment for families who are struggling to pay their bills. This week, Karina shared the story of a family in Burlington. They have a variable mortgage rate. They were worried about having to give up their home, given the rise in interest rates. But the money they now save on childcare, because of our government cutting fees in half, directly offsets those increased mortgage payments so they can afford to stay in their home. For communities like Williams Lake First Nation, Star Blanket Cree Nation, and Wazushkonigam Nation, who are experiencing the trauma of discovering potential unmarked graves. We've made a lot of progress on the path of reconciliation over the past years, but there's still much work to be done. We will continue to support Indigenous peoples through this while we build better schools, advance self-determination, preserve cultures and languages, and make sure all communities have clean drinking water. Good jobs for the middle class, safe communities with clean air where families and workers are supported and where everyone has a real and fair chance at success, an economy that works for all Canadians. We think of Ukrainians who fear for their lives when the Russian army is bombing their apartment buildings and hospitals. We think of the families without power to heat their homes in the middle of winter. We will continue to support Ukraine. We will continue to support them as they defend their freedom and ours, including by sending them tanks. When the world is more stable, we are all safer and more prosperous, including here at home. And as we're doing our part around the world, we're reminded that we can't take for granted what we have here in Canada. Every day, we must be ready to fight for our values, for our institutions, and mostly for Canadians. Speaking of that, I met Carl and Paran in Windsor last week. They both work at Stellantis, building hybrid cars. They're proud of what they do, powering the economy of today and tomorrow, and they should be. As should be the millions of Canadians workers who are skilled, ambitious, and who work very hard every day to build a better future for them, their families, their communities, and their country. Our investments, Canada's gone from 5th to 2nd in the world when it comes to battery supply chain, and we've secured thousands of good middle-class jobs. See, hard-working Canadians are building Canada's clean tech ecosystem. Lithium from Quebec and Alberta, rare earth elements from the Northwest Territories processed in Saskatoon, nickel from Northern Ontario, clean steel from Southern Ontario, clean aluminum from Quebec, companies in BC and the Lower Mainland making clean hydrogen and recycling EV batteries, ensuring Canada is recognized in the Global Clean Tech 100 list this year. ਬ੍ਰਿਟਿਸ਼ ਕੋਲੰਬੀਆ ਦੇ ਕੁਝ ਹਿੱਸਿਆਂ ਵਿੱਚ ਇੱਕ ਵਾਰ ਫਿਰ ਤੋਂ ਠੰਡ ਮਹਿਸੂਸ ਹੋਵੇਗੀ। ਇਨਵਾਇਰਨਮੈਂਟ ਕੈਨੇਡਾ ਵੱਲੋਂ ਸਪੈਸ਼ਲ ਵੈਦਰ ਸਟੇਟਮੈਂਟ ਜਾਰੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਲੋਅਰ ਮੇਨਲੈਂਡ ਦੇ ਵਿੱਚ ਇੱਕ ਵਾਰ ਫਿਰ ਤੋਂ ਠੰਡ ਪੈਣ ਵਾਲੀ ਹੈ। ਇੱਥੇ ਤਾਪਮਾਨ ਕਿੰਨਾ ਦਰਜ ਕੀਤਾ ਜਾਵੇਗਾ, ਇਸ ਬਾਰੇ ਵੀ ਉਹਨਾਂ ਨੇ ਡਿਟੇਲ ਸਾਂਝੀ ਕੀਤੀ। ਬ੍ਰਿਟਿਸ਼ ਕੋਲੰਬੀਆ ਦੇ ਕੁਝ ਹਿੱਸਿਆਂ ਵਿੱਚ ਮੌਸਮ ਦਾ ਬਦਲਾਵ ਨਜ਼ਰ ਆਉਣ ਵਾਲਾ ਹੈ। ਕਈ ਹਿੱਸਿਆਂ ਵਿੱਚ ਮੁੜ ਤੋਂ ਠੰਡ ਪਏਗੀ। ਲੋਅਰ ਮੇਨਲੈਂਡ ਦੇ ਬਾਰੇ ਖਾਸ ਤੌਰ ਤੇ ਉੱਪਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਦਰਅਸਲ ਇਨਵਾਇਰਨਮੈਂਟ ਕੈਨੇਡਾ ਵੱਲੋਂ ਲੋਅਰ ਮੇਨਲੈਂਡ ਵਾਸਤੇ ਸਪੈਸ਼ਲ ਵੈਦਰ ਸਟੇਟਮੈਂਟ ਜਾਰੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਇੱਥੇ ਤਾਪਮਾਨ ਕਾਫੀ ਠੰਡਾ ਹੋਵੇਗਾ। ਮੌਸਮ ਦੇ ਇਸ ਬਦਲਾਵ ਦੀ ਸ਼ੁਰੂਆਤ ਅੱਜ ਤੋਂ ਹੋਣ ਜਾ ਰਹੀ ਹੈ, ਜਿੱਥੇ ਕਈ ਥਾਵਾਂ ਤੇ ਤਾਪਮਾਨ 5 ਤੋਂ 10 ਡਿਗਰੀ ਤੱਕ ਦਰਜ ਕੀਤਾ ਜਾ ਸਕਦਾ ਹੈ। ਇੰਨਾ ਨਹੀਂ, ਰਾਤ ਵੇਲੇ ਕਾਫੀ ਠੰਡ ਪੈਣ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਸ਼ਨੀਵਾਰ ਵਾਲੇ ਦਿਨ ਫਰੇਜ਼ਰ ਵੈਲੀ ਦੇ ਵਿੱਚ ਤੇਜ਼ ਹਵਾਵਾਂ ਚੱਲਣਗੀਆਂ।
ਮੌਸਮ ਵਿਭਾਗ ਦੇ ਦੱਸਣ ਮੁਤਾਬਕ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਕਿ ਇੱਥੇ ਮੌਸਮ ਆਮ ਵਾਂਗ ਮੁੜ ਕਦੋਂ ਹੋਵੇਗਾ। ਇਸ ਹਫ਼ਤੇ ਤਾਂ ਮੌਸਮ ਠੰਡਾ ਰਹਿਣ ਦੀ ਹੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ এনवायरमेंट ਕੈਨੇਡਾ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਸੀ। ਉਹਨਾਂ ਵੱਲੋਂ ਲਗਾਤਾਰ ਵੈਬਸਾਈਟ ਦੇ ਉੱਪਰ ਵੀ ਇਸ ਦੀ ਅਪਡੇਟ ਜਾਰੀ ਕੀਤੀ ਜਾ ਰਹੀ ਹੈ। ਅਮਰੀਕਾ ਵੱਲੋਂ ਯੂਕਰੇਨ ਦੀ ਮਦਦ ਕੀਤੀ ਜਾਵੇਗੀ। ਇਸ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ। ਯੂਕਰੇਨ ਨੂੰ ਉਹਨਾਂ ਵੱਲੋਂ ਕੁਝ ਖਾਸ ਟੈਂਕ ਭੇਜੇ ਜਾ ਰਹੇ ਹਨ, ਜਿਸ ਬਾਰੇ ਉਹ ਗੱਲ ਕਰਦੇ ਹੋਏ ਦਿਖਾਈ ਦਿੱਤੇ। ਅਮਰੀਕਾ ਵੱਲੋਂ ਯੂਕਰੇਨ ਦੀ ਮਦਦ ਵਾਸਤੇ ਵੱਡਾ ਐਲਾਨ ਕੀਤਾ ਗਿਆ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਦੱਸਿਆ ਗਿਆ ਕਿ ਹੁਣ ਅਮਰੀਕਾ ਵੱਲੋਂ ਯੂਕਰੇਨ ਦੀ ਕਿਸ ਤਰ੍ਹਾਂ ਮਦਦ ਕੀਤੀ ਜਾਵੇਗੀ। ਅਮਰੀਕਾ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਯੂਕਰੇਨ ਨੂੰ 31 ਇਬਰਾਹਿਮ ਟੈਂਕ ਭੇਜੇ ਜਾ ਰਹੇ ਨੇ, ਜਿਸ ਵਿੱਚ ਯੂਕਰੇਨ ਦੀ ਜੰਗ ਲਈ ਮਦਦ ਹੋਵੇਗੀ। ਇਸ ਮੌਕੇ ਤੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਆਪਣੇ तमाम ਵਿਚਾਰ ਸਾਂਝੇ ਕੀਤੇ ਗਏ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Today I'm announcing that the United States will be sending 31 Abrams tanks to Ukraine, the equivalent of 1 Ukrainian battalion. Secretary Austin has recommended this step because it will enhance the Ukraine's capacity to defend its territory and achieve its strategic objectives. The Abrams tanks are the most capable tanks in the world. They're also extremely complex to operate and maintain. So we're also giving Ukraine the parts and equipment necessary to effectively sustain these tanks on the battlefield. We'll begin to train the Ukrainian troops on these issues of sustainment, logistics, and maintenance as soon as possible. Delivering these tanks to the field is going to take time. That we'll use to make sure the Ukrainians are fully prepared to integrate the Abrams tanks into their defenses. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। 900 ਮਿਲੀਅਨ ਲੋਕ ਕਿਉਂ ਆਉਣਗੇ ਅਮਰੀਕਾ ਜਾਂ ਫਿਰ ਕੈਨੇਡਾ? ਇਮੀਗ੍ਰੈਂਟਸ ਦੀ ਪਸੰਦ ਬਣਿਆ ਕੈਨੇਡਾ। ਬ੍ਰਿਟਿਸ਼ ਕੋਲੰਬੀਆ ਵਿੱਚ ਮੁੜ ਠੰਡ ਦੀ ਦਸਤਕ, ਤਾਪਮਾਨ ਜਾਵੇਗਾ ਹੇਠਾਂ। ਨਵੇਂ ਕਿਰਾਏਦਾਰਾਂ ਵਾਸਤੇ ਕਿਰਾਏ ਵਿੱਚ ਵਾਧਾ, 18% ਵਾਧੇ ਦੀ ਆਈ ਜਾਣਕਾਰੀ। ਸਰੀ ਪੁਲਿਸ ਬਾਰੇ ਕਦੋਂ ਆਵੇਗਾ ਫੈਸਲਾ? ਬ੍ਰਿਟਿਸ਼ ਕੋਲੰਬੀਆ ਸੋਲਿਸਿਟਰ ਜਨਰਲ ਵੱਲੋਂ ਮੰਗੀ ਗਈ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।